ਸਤਿ ਸ਼੍ਰੀ ਅਕਾਲ। ਤੁਸੀਂ ਵੇਖ ਰਹੇ ਹੋ ਟੀਵੀ ਪੰਜਾਬ ਤੇ ਮੈਂ ਹਾਂ ਤੁਹਾਡੇ ਨਾਲ ਇੰਦਰਪ੍ਰੀਤ ਕੌਰ ਸੰਗੀੜਾ। ਖਬਰਾਂ ਦੇ ਇਸ ਬੁਲੇਟਿਨ ਵਿੱਚ ਤੁਹਾਡਾ ਸਵਾਗਤ ਹੈ। ਸਭ ਤੋਂ ਪਹਿਲਾਂ ਨਜ਼ਰ ਮਾਰਦੇ ਹਾਂ ਹੈਡਲਾਈਨਸ ਤੇ। ਨਸ਼ੇ ਦੇ ਮਾਮਲੇ ਵਿੱਚ ਪੰਜਾਬੀ ਚਾਰਜ ਘਰ ਵਿੱਚੋਂ ਬਰਾਮਦ ਹੋਏ ਡੋਡੇ ਤੇ ਹਥਿਆਰ। ਨਸ਼ੇ ਨੇ ਲਈਆਂ ਕਈ ਜਾਨਾਂ, 200 ਤੋਂ ਵੱਧ ਦੀ ਹੋਈ ਮੌਤ। ਆਰਥਿਕਤਾ ਵਿੱਚ ਨਵੀਆਂ ਨੌਕਰੀਆਂ ਸ਼ਾਮਿਲ, ਬੇਰੁਜ਼ਗਾਰੀ ਦਰ ਆਈ ਕਾਫੀ ਹੇਠਾਂ। ਯੂਕਰੇਨ ਤੋਂ ਆਉਣ ਵਾਲਿਆਂ ਲਈ ਬ੍ਰਿਟਿਸ਼ ਕੋਲੰਬੀਆ ਦਾ ਐਲਾਨ, ਬ੍ਰਿਟਿਸ਼ ਕੋਲੰਬੀਆ ਨੇ ਖੋਲੇ ਯੂਕਰੇਨ ਦੇ ਲੋਕਾਂ ਲਈ ਦਰਵਾਜ਼ੇ। ਗੈਸ ਸਟੇਸ਼ਨਾਂ ਦੇ ਚੋਰੀ ਦਾ ਡਰ, ਹੁਣ ਪੁਲਿਸ ਨੇ ਕੀਤੀ ਤਿਆਰੀ। ਨਸ਼ੇ ਦੇ ਸੰਬੰਧ ਵਿੱਚ 4 ਪੰਜਾਬੀਆਂ ਨੂੰ ਚਾਰਜ ਕੀਤਾ ਗਿਆ। ਪੁਲਿਸ ਵੱਲੋਂ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਗਿਆ ਕਿ ਬ੍ਰੈਂਪਟਨ ਦੇ 2 ਘਰ ਦੇ ਉੱਪਰ ਛਾਪੇਮਾਰੀ ਕੀਤੀ ਗਈ। ਇਸ ਦੌਰਾਨ ਉਹਨਾਂ ਨੂੰ ਨਸ਼ਾ ਤੇ ਹਥਿਆਰ ਬਰਾਮਦ ਹੋਏ। ਘਰਾਂ ਵਿੱਚੋਂ ਡੋਡੇ ਅਤੇ ਹੋਰ ਵੀ ਕਈ ਤਰ੍ਹਾਂ ਦਾ ਨਸ਼ਾ ਮਿਲਿਆ ਹੈ। ਪੁਲਿਸ ਵੱਲੋਂ ਜਿਹੜੇ ਪੰਜਾਬੀਆਂ ਦੇ ਉੱਪਰ ਕਾਰਵਾਈ ਕੀਤੀ ਗਈ ਹੈ ਉਹਨਾਂ ਦੇ ਨਾਮ ਵੀ ਜਨਤਕ ਕੀਤੇ ਗਏ। ਮਾਮਲਾ ਬ੍ਰੈਂਪਟਨ ਤੋਂ ਸਾਹਮਣੇ ਆਇਆ, ਜਿੱਥੇ 2 ਘਰਾਂ ਤੇ ਛਾਪੇਮਾਰੀ ਕੀਤੀ ਗਈ। ਇਸ ਦੌਰਾਨ ਅਫੀਮ, ਡੋਡੇ ਅਤੇ ਅਸਲਾ ਬਰਾਮਦ ਹੋਇਆ। ਇਸ ਮਾਮਲੇ ਸੰਬੰਧੀ ਪੀਲ ਰੀਜਨਲ ਪੁਲਿਸ ਵੱਲੋਂ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਗਿਆ ਕਿ ਇਸ ਮਾਮਲੇ ਦੇ ਸੰਬੰਧ ਵਿੱਚ ਪੰਜਾਬੀ ਮੂਲ ਦੇ 4 ਜਾਣਿਆਂ ਨੂੰ ਚਾਰਜ ਕੀਤਾ ਗਿਆ ਹੈ। ਜਾਣਕਾਰੀ ਮੁਤਾਬਕ 8 ਮਾਰਚ ਨੂੰ ਬ੍ਰੈਂਪਟਨ ਦੇ ਵਿੱਚ ਛਾਪੇਮਾਰੀ ਕੀਤੀ ਗਈ। ਇਸ ਦੌਰਾਨ ਪੀਲ ਪੁਲਿਸ ਦੇ ਹੱਥ ਨਸ਼ੀਲੇ ਪਦਾਰਥ, ਹਥਿਆਰ ਅਤੇ ਹੋਰ ਕਈ ਚੀਜ਼ਾਂ ਲੱਗੀਆਂ ਹਨ। ਬ੍ਰੈਂਪਟਨ ਦੇ ਜਿਹੜੇ 2 ਘਰਾਂ ਵਿੱਚ ਛਾਪੇਮਾਰੀ ਕੀਤੀ ਗਈ, ਉਹਨਾਂ ਵਿੱਚੋਂ ਇੱਕ ਘਰ ਸੈਂਡਲਵੁੱਡ ਪਾਰਕਵੇ ਅਤੇ 에ਅਰਪੋਰਟ ਰੋਡ ਤੇ ਦੂਸਰਾ ਘਰ ਬ੍ਰੈਮਲੀ ਰੋਡ ਤੇ ਈਸਟ ਡਰਾਈਵ ਦੇ ਨੇੜੇ ਸਥਿਤ ਹੈ। ਇਸ ਸਾਰੇ ਮਾਮਲੇ ਸੰਬੰਧੀ ਪੀਲ ਰੀਜਨਲ ਪੁਲਿਸ ਵੱਲੋਂ ਇੱਕ ਨਿਊਜ਼ ਰਿਲੀਜ਼ ਜਾਰੀ ਕੀਤੀ ਗਈ, ਜਿਸ ਵਿੱਚ ਉਹਨਾਂ ਨੇ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਛਾਪੇਮਾਰੀ ਅਧੀਨ ਉਹਨਾਂ ਨੂੰ ਘਰਾਂ ਵਿੱਚੋਂ 40 ਕੈਲੀਬਰ ਦੀ ਹੈਂਡਗਨ, ਅਸਲਾ, ਅਫੀਮ, ਡੋਡੇ, ਭੁੱਕੀ ਅਤੇ ਹੋਰ ਕਈ ਚੀਜ਼ਾਂ ਬਰਾਮਦ ਹੋਈਆਂ। ਇਸ ਤੋਂ ਇਲਾਵਾ ਉਹਨਾਂ ਦੇ ਹੱਥ ਭਾਰਤੀ ਕਰੰਸੀ ਵੀ ਲੱਗੀ। ਇਸ ਮਾਮਲੇ ਸੰਬੰਧੀ ਪੰਜਾਬੀ ਮੂਲ ਦੇ ਵਿਅਕਤੀਆਂ ਤੇ ਕਾਰਵਾਈ ਕੀਤੀ ਗਈ। ਪੁਲਿਸ ਵੱਲੋਂ 4 ਪੰਜਾਬੀ ਮੂਲ ਦੇ ਵਿਅਕਤੀਆਂ ਨੂੰ ਚਾਰਜ ਕੀਤਾ ਗਿਆ, ਜਿਨ੍ਹਾਂ ਵਿੱਚ 2 ਔਰਤਾਂ ਦੇ ਨਾਮ ਸ਼ਾਮਿਲ ਨੇ। ਇਹਨਾਂ ਦੀ ਪਹਿਚਾਣ ਵੀ ਉਹਨਾਂ ਵੱਲੋਂ ਜਨਤਕ ਕੀਤੀ ਗਈ। ਇਹਨਾਂ ਚਾਰਜ ਕੀਤੇ ਗਏ ਪੰਜਾਬੀ ਮੂਲ ਦੇ ਵਿਅਕਤੀਆਂ ਦੇ ਨਾਮ ਕੁਝ ਇਸ ਤਰ੍ਹਾਂ ਨੇ: ਸੁਖਿੰਦਰ ਮਿਨਹਾਸ, ਬਲਵਿੰਦਰ ਮਿਨਹਾਸ, ਹਰਸਿਮਰਨ ਮਿਨਹਾਸ ਅਤੇ ਰਵੀਨਾ ਮਿਨਹਾਸ। ਪੁਲਿਸ ਵੱਲੋਂ ਇਹਨਾਂ ਦੇ ਉੱਪਰ ਚਾਰਜ ਲਗਾਏ ਗਏ ਹਨ। ਹੁਣ ਇਸ ਮਾਮਲੇ ਦੇ ਸੰਬੰਧ ਵਿੱਚ ਉਹਨਾਂ ਵੱਲੋਂ ਵਧੇਰੇ ਜਾਂਚ ਕੀਤੀ ਜਾ ਰਹੀ ਹੈ। ਬ੍ਰਿਟਿਸ਼ ਕੋਲੰਬੀਆ ਵਿੱਚ ਇਲੀਗਲ ਡਰੱਗ ਲਗਾਤਾਰ ਸਿਰਦਰਦ ਬਣਿਆ ਹੋਇਆ ਹੈ। ਕਈ ਮਹੀਨਿਆਂ ਤੋਂ ਜਾਣਕਾਰੀ ਸਾਹਮਣੇ ਆ ਰਹੀ ਹੈ, ਜਦੋਂ 200 ਤੋਂ ਵੱਧ ਮੌਤਾਂ ਦਰਜ ਕੀਤੀਆਂ ਜਾ ਰਹੀਆਂ ਹੋਣ। ਬ੍ਰਿਟਿਸ਼ ਕੋਲੰਬੀਆ ਕਾਰਨਰਸ ਸਰਵਿਸ ਵੱਲੋਂ ਜੋ ਤਾਜ਼ਾ ਅੰਕੜੇ ਪੇਸ਼ ਕੀਤੇ ਗਏ, ਉਸ ਮੁਤਾਬਕ ਜਨਵਰੀ ਮਹੀਨੇ 200 ਤੋਂ ਵੱਧ ਲੋਕਾਂ ਦੀ ਇਸ ਇਲੀਗਲ ਨਸ਼ੇ ਦੇ ਕਾਰਨ ਜਾਨ ਚਲੀ ਗਈ। ਬ੍ਰਿਟਿਸ਼ ਕੋਲੰਬੀਆ ਵਿੱਚ ਇਲੀਗਲ ਡਰੱਗ ਦੇ ਕਾਰਨ ਹੁਣ ਤੱਕ ਕਈ ਜਾਨਾਂ ਜਾ ਚੁੱਕੀਆਂ ਨੇ। ਬ੍ਰਿਟਿਸ਼ ਕੋਲੰਬੀਆ ਕਾਰਨਰਸ ਸਰਵਿਸ ਵੱਲੋਂ ਜੋ ਤਾਜ਼ਾ ਰਿਪੋਰਟ ਪੇਸ਼ ਕੀਤੀ ਗਈ, ਉਸ ਮੁਤਾਬਕ ਜਨਵਰੀ ਮਹੀਨੇ ਦੌਰਾਨ ਇਸ ਇਲੀਗਲ ਡਰੱਗ ਕਾਰਨ 207 ਜਾਨਾਂ ਚਲੀਆਂ ਗਈਆਂ। ਦੱਸ ਦਈਏ ਕਿ ਇਹ ਤੀਸਰਾ ਵੱਡਾ ਅੰਕੜਾ ਹੈ ਜੋ ਕਿ ਇਸ ਮਹੀਨੇ ਦੌਰਾਨ ਦਰਜ ਕੀਤਾ ਗਿਆ। ਜੋ ਅੰਕੜੇ ਸਾਹਮਣੇ ਆਏ ਨੇ, ਉਸ ਨੂੰ ਦੇਖ ਕੇ ਪਤਾ ਚੱਲਦਾ ਹੈ ਕਿ ਜਨਵਰੀ ਅਜਿਹਾ ਲਗਾਤਾਰ ਚੌਥਾ ਮਹੀਨਾ ਹੈ ਜਦੋਂ ਇਲੀਗਲ ਡਰੱਗ ਦੇ ਕਾਰਨ 200 ਮੌਤਾਂ ਹੋਈਆਂ ਹੋਣ। ਐਵਰੇਜ 6.7 ਮੌਤਾਂ ਰੋਜ਼ਾਨਾ ਇਸ ਨਸ਼ੇ ਦੇ ਕਾਰਨ ਹੋ ਰਹੀਆਂ ਨੇ। ਦੱਸ ਦਈਏ ਕਿ ਨਵੰਬਰ ਤੋਂ ਜਨਵਰੀ ਮਹੀਨੇ ਦੇ ਵਿਚਕਾਰ ਜਿਹੜੀਆਂ 23% ਦੀ ਮੌਤਾਂ ਹੋਈਆਂ, ਉਹਨਾਂ ਨੂੰ ਦੇਖ ਕੇ ਪਤਾ ਚੱਲਦਾ ਹੈ ਕਿ ਉਹਨਾਂ ਵੱਲੋਂ ਐਕਸਟ੍ਰੀਮ ਲੈਵਲ ਫੈਂਟਨਲ ਦੀ ਵਰਤੋਂ ਕੀਤੀ ਗਈ, ਜਦਕਿ ਅਪ੍ਰੈਲ 2020 ਤੋਂ ਅਕਤੂਬਰ ਵਿੱਚ ਇਹ ਅੰਕੜਾ 13% ਦਾ ਸੀ। ਹੁਣ ਬ੍ਰਿਟਿਸ਼ ਕੋਲੰਬੀਆ ਕਾਰਨਰਸ ਸਰਵਿਸ ਵੱਲੋਂ ਜੋ ਰਿਪੋਰਟ ਪੇਸ਼ ਕੀਤੀ ਗਈ ਹੈ, ਉਸ ਤੋਂ ਇਹ ਵੀ ਗੱਲ ਨਿਕਲ ਕੇ ਸਾਹਮਣੇ ਆਈ ਹੈ ਕਿ ਜਨਵਰੀ ਮਹੀਨੇ ਦੌਰਾਨ ਜਿਹੜੀਆਂ ਮੌਤਾਂ ਇਸ ਇਲੀਗਲ ਡਰੱਗ ਕਾਰਨ ਹੋਈਆਂ, ਉਹਨਾਂ ਵਿੱਚ 72% ਉਹ ਸਨ ਜਿਨ੍ਹਾਂ ਦੀ ਉਮਰ 30 ਤੋਂ 59 ਸਾਲ ਦੇ ਵਿਚਕਾਰ ਹੈ। ਇਹਨਾਂ ਵਿੱਚ ਜ਼ਿਆਦਾਤਰ ਗਿਣਤੀ ਮਰਦਾਂ ਦੀ ਪਾਈ ਗਈ ਹੈ। ਕੈਨੇਡਾ ਦੀ ਆਰਥਿਕਤਾ ਦੇ ਵਿੱਚ ਹੁਣ ਨਵੀਆਂ ਨੌਕਰੀਆਂ ਸ਼ਾਮਿਲ ਹੋਈਆਂ ਨੇ ਤੇ ਬੇਰੁਜ਼ਗਾਰੀ ਦਰ ਵੀ ਕਾਫੀ ਹੇਠਾਂ ਆ ਗਈ। ਤਾਜ਼ਾ ਅੰਕੜੇ ਮੁਤਾਬਕ ਬੇਰੁਜ਼ਗਾਰੀ ਦਰ ਪ੍ਰੀ ਪੈਂਡੈਮਿਕ ਲੈਵਲ ਦੇ ਉੱਪਰ ਪਹੁੰਚ ਗਈ ਹੈ। ਇਹ ਅੰਕੜੇ ਸਟੈਟਿਸਟਿਕਸ ਕੈਨੇਡਾ ਵੱਲੋਂ ਸਾਂਝੇ ਕੀਤੇ ਗਏ, ਜਿੱਥੇ ਦੱਸਿਆ ਗਿਆ ਹੈ ਕਿ ਆਰਥਿਕਤਾ ਦੇ ਵਿੱਚ 3 ਲੱਖ ਤੋਂ ਵੱਧ ਨੌਕਰੀਆਂ ਸ਼ਾਮਿਲ ਹੋਈਆਂ। ਫਰਵਰੀ ਮਹੀਨੇ ਕੈਨੇਡਾ ਦੀ ਆਰਥਿਕਤਾ ਵਿੱਚ ਕਿੰਨੀਆਂ ਨੌਕਰੀਆਂ ਸ਼ਾਮਿਲ ਹੋਈਆਂ, ਇਸ ਬਾਰੇ ਤਾਜ਼ਾ ਜਾਣਕਾਰੀ ਸਾਹਮਣੇ ਆਈ ਹੈ। ਇਸ ਤੋਂ ਇਲਾਵਾ ਇਹ ਵੀ ਪਤਾ ਚੱਲਿਆ ਕਿ ਪਹਿਲਾਂ ਦੇ ਮੁਕਾਬਲੇ ਬੇਰੁਜ਼ਗਾਰੀ ਦਰ ਵੀ ਇਸ ਮਹੀਨੇ ਹੇਠਾਂ ਆਈ। ਜਾਣਕਾਰੀ ਮੁਤਾਬਕ ਫਰਵਰੀ ਮਹੀਨੇ ਦੌਰਾਨ ਕੈਨੇਡਾ ਦੀ ਆਰਥਿਕਤਾ ਵਿੱਚ 3,37,000 ਨਵੀਆਂ ਨੌਕਰੀਆਂ ਸ਼ਾਮਿਲ ਹੋਈਆਂ। ਇਹ ਅੰਕੜੇ ਸਟੈਟਿਸਟਿਕਸ ਕੈਨੇਡਾ ਵੱਲੋਂ ਸਾਂਝੇ ਕੀਤੇ ਗਏ, ਜਿਸ ਵਿੱਚ ਉਹਨਾਂ ਵੱਲੋਂ ਦੱਸਿਆ ਗਿਆ ਕਿ ਪੈਂਡੈਮਿਕ ਤੋਂ ਬਾਅਦ ਇਸ ਮਹੀਨੇ ਦੌਰਾਨ ਬੇਰੁਜ਼ਗਾਰੀ ਦਰ ਵੀ ਹੇਠਾਂ ਦਰਜ ਕੀਤੀ ਗਈ ਹੈ। ਨਵੇਂ ਅੰਕੜੇ ਮੁਤਾਬਕ ਫਰਵਰੀ ਮਹੀਨੇ ਕੈਨੇਡੀਅਨ ਅਰਥਚਾਰੇ ਵਿੱਚ 3,37,000 ਨਵੀਆਂ ਨੌਕਰੀਆਂ ਸ਼ਾਮਿਲ ਹੋਈਆਂ। ਇਸ ਦੇ ਨਾਲ ਬੇਰੁਜ਼ਗਾਰੀ ਦਰ ਵੀ ਘਟ ਕੇ 5.5% ਦੇ ਉੱਪਰ ਪਹੁੰਚ ਗਈ। ਦੱਸ ਦਈਏ ਕਿ ਪੈਂਡੈਮਿਕ ਤੋਂ ਪਹਿਲਾਂ ਫਰਵਰੀ 2020 ਵਿੱਚ ਕੈਨੇਡਾ ਦੀ ਬੇਰੁਜ਼ਗਾਰੀ ਦਰ 5.7% ਸੀ।
ਮਈ 2019 ਵਿੱਚ ਕੈਨੇਡਾ ਦੀ ਬੇਰੁਜ਼ਗਾਰੀ ਦਰ ਸਭ ਤੋਂ ਘੱਟ 5.4% ਦਰਜ ਕੀਤੀ ਗਈ ਸੀ। ਹੁਣ ਜਿਹੜੇ ਤਾਜ਼ਾ ਅੰਕੜੇ ਸਾਹਮਣੇ ਆਏ ਨੇ ਉਸ ਨੂੰ ਦੇਖ ਕੇ ਪਤਾ ਚੱਲਦਾ ਹੈ ਕਿ ਬੇਰੁਜ਼ਗਾਰੀ ਦਰ ਇਸ ਸਭ ਤੋਂ ਹੇਠਲੇ ਪੱਧਰ ਤੋਂ ਬਹੁਤ ਹੀ ਦੂਰ ਨਹੀਂ। ਜ਼ਿਕਰਯੋਗ ਹੈ ਕਿ ਓਮਿਕਰੌਨ ਵੇਰੀਐਂਟ ਤੋਂ ਬਾਅਦ ਇੱਕ ਵਾਰ ਫਿਰ ਤੋਂ ਕਈ ਬਿਜ਼ਨਸ ਅਦਾਰੇ ਬੰਦ ਕਰਨੇ ਪੈ ਗਏ। ਜਨਵਰੀ ਮਹੀਨੇ ਦੌਰਾਨ ਕਾਫੀ ਲਾਕਡਾਊਨ ਲਗਾਏ ਗਏ, ਜਿਸ ਕਾਰਨ ਕਾਰੋਬਾਰ ਵੀ ਪ੍ਰਭਾਵਿਤ ਹੋਏ। ਬਹੁਤੀਆਂ ਨੌਕਰੀਆਂ ਵੀ ਚਲੀ ਗਈਆਂ, ਪਰ ਹੁਣ ਨਵੇਂ ਅੰਕੜੇ ਚੰਗੀ ਤਸਵੀਰ ਪੇਸ਼ ਕਰ ਰਹੇ ਨੇ। ਕੋਵਿਡ-19 ਦੇ ਨਾਲ ਸਭ ਤੋਂ ਵੱਧ ਫੂਡ ਅਤੇ ਐਕੋਮੋਡੇਸ਼ਨ ਸੈਕਟਰ ਪ੍ਰਭਾਵਿਤ ਹੋਇਆ ਹੈ। ਇਸ ਦੌਰਾਨ ਇਸ ਸੈਕਟਰ ਵਿੱਚ 1,14,000 ਨਵੀਆਂ ਨੌਕਰੀਆਂ ਪੈਦਾ ਹੋਈਆਂ। ਇਸ ਦੀ ਜਾਣਕਾਰੀ ਵੀ ਸਟੈਟਿਸਟਿਕਸ ਕੈਨੇਡਾ ਵੱਲੋਂ ਸਾਂਝੀ ਕੀਤੀ ਗਈ। ਯੂਕਰੇਨ ਤੋਂ ਆਉਣ ਵਾਲੇ ਰਿਫਿਊਜੀਆਂ ਦਾ ਸਵਾਗਤ ਕੀਤਾ ਜਾਏਗਾ। ਇਸ ਬਾਰੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੱਲੋਂ ਹਾਲ ਹੀ ਵਿੱਚ ਜਾਣਕਾਰੀ ਸਾਂਝੀ ਕੀਤੀ ਗਈ। ਪਰ ਹੁਣ ਬ੍ਰਿਟਿਸ਼ ਕੋਲੰਬੀਆ ਵੱਲੋਂ ਵੀ ਯੂਕਰੇਨ ਰਿਫਿਊਜੀਆਂ ਦੇ ਵਾਸਤੇ ਦਰਵਾਜ਼ੇ ਖੋਲ੍ਹ ਦਿੱਤੇ ਗਏ ਨੇ। ਇਸ ਬਾਰੇ ਪ੍ਰੀਮੀਅਰ ਜੌਨ ਹੌਰਗਨ ਗੱਲ ਕਰਦੇ ਦਿਖਾਈ ਦਿੱਤੇ, ਜਿੱਥੇ ਉਹਨਾਂ ਵੱਲੋਂ ਦੱਸਿਆ ਗਿਆ ਕਿ ਹੁਣ ਉਹਨਾਂ ਵੱਲੋਂ ਇਸ ਚੀਜ਼ ਨੂੰ ਲੈ ਕੇ ਤਿਆਰੀ ਕੀਤੀ ਜਾ ਰਹੀ ਹੈ ਕਿ ਯੂਕਰੇਨ ਰਿਫਿਊਜੀਆਂ ਦਾ ਬ੍ਰਿਟਿਸ਼ ਕੋਲੰਬੀਆ ਵਿੱਚ ਸਵਾਗਤ ਕੀਤਾ ਜਾ ਸਕੇ। ਯੂਕਰੇਨੀਅਨ ਰਿਫਿਊਜੀਆਂ ਵਾਸਤੇ ਬ੍ਰਿਟਿਸ਼ ਕੋਲੰਬੀਆ ਦੇ ਪ੍ਰੀਮੀਅਰ ਵੱਲੋਂ ਅੱਜ ਇੱਕ ਵੱਡਾ ਐਲਾਨ ਕੀਤਾ ਗਿਆ, ਜਿੱਥੇ ਉਹਨਾਂ ਵੱਲੋਂ ਦੱਸਿਆ ਗਿਆ ਕਿ ਯੂਕਰੇਨ ਤੋਂ ਆਉਣ ਵਾਲੇ ਰਿਫਿਊਜੀਆਂ ਦੀ ਬ੍ਰਿਟਿਸ਼ ਕੋਲੰਬੀਆ ਵੱਲੋਂ ਕਿਵੇਂ ਮਦਦ ਕੀਤੀ ਜਾਵੇਗੀ। ਹੁਣ ਬ੍ਰਿਟਿਸ਼ ਕੋਲੰਬੀਆ ਵੱਲੋਂ ਇਸ ਗੱਲ ਨੂੰ ਲੈ ਕੇ ਕੰਮ ਕੀਤਾ ਜਾ ਰਿਹਾ ਹੈ ਕਿ ਯੂਕਰੇਨ ਤੋਂ ਆਉਣ ਵਾਲਿਆਂ ਨੂੰ ਇੱਥੇ ਘਰ ਮਿਲ ਸਕਣ। ਪ੍ਰੀਮੀਅਰ ਜੌਨ ਹੌਰਗਨ ਵੱਲੋਂ ਇੱਕ ਰਾਊਂਡ ਟੇਬਲ ਹੋਸਟ ਕੀਤਾ ਗਿਆ, ਜਿੱਥੇ ਉਹਨਾਂ ਵੱਲੋਂ ਮੌਜੂਦਾ ਹਾਲਾਤਾਂ ਨੂੰ ਲੈ ਕੇ ਚਰਚਾ ਕੀਤੀ ਗਈ। ਦੱਸ ਦਈਏ ਕਿ ਪਿਛਲੇ ਹਫ਼ਤੇ ਪ੍ਰੀਮੀਅਰ ਜੌਨ ਹੌਰਗਨ ਵੱਲੋਂ ਇਹ ਗੱਲ ਕਹੀ ਗਈ ਸੀ ਕਿ ਪ੍ਰੋਵਿੰਸ ਵੱਲੋਂ ਹਰ ਉਹ ਸੰਭਵ ਕੋਸ਼ਿਸ਼ ਕੀਤੀ ਜਾਏਗੀ ਜਿਸ ਨਾਲ ਉਹ ਯੂਕਰੇਨ ਤੋਂ ਆਉਣ ਵਾਲੇ ਰਿਫਿਊਜੀਆਂ ਦੀ ਮਦਦ ਕਰ ਸਕਣ। ਹੁਣ ਪ੍ਰੀਮੀਅਰ ਵੱਲੋਂ ਹੋਰ ਕਿਹੜੀਆਂ ਗੱਲਾਂ ਦਾ ਜ਼ਿਕਰ ਕੀਤਾ ਗਿਆ, ਆਓ ਤੁਹਾਨੂੰ ਸੁਣਾਉਂਦੇ ਹਾਂ ਉਹਨਾਂ ਦੀ ਜ਼ੁਬਾਨੀ। The Ukrainian community here in British Columbia, as well as settlement organizations who will be calling upon to assist in the days and weeks ahead as we see potentially thousands and perhaps tens of thousands of Ukrainian citizens arriving here in British Columbia seeking refuge. Earlier this week, I also had a conference call with the premiers across the country to talk about how we can have a coast-to-coast response to what will become an emerging refugee crisis in Europe as a result of the invasion by Vladimir Putin of the sovereign state of Ukraine. The consequences are being seen nightly on our televisions. Having an opportunity to speak with the Ukrainian community here in British Columbia today and settlement organizations earlier in the week, we all stand ready to open our hearts and our homes to the refugees who will be coming. But there are challenges, and we were identifying issues around translation, issues around trauma counseling for the children. Women and children are likely to be the bulk of the people coming to British Columbia. And also how we as a government, immigration not a primary responsibility of the province, but of course none of that matters at times of crisis. And we wanted to be clear to the Ukrainian community and to you through the media, to all British Columbians, that there is much that needs to be done, and there are a variety of ways that you can help. We'll be standing up a 1-800 number. ਗੈਸ ਦੀਆਂ ਕੀਮਤਾਂ ਲਗਾਤਾਰ ਵਧ ਰਹੀਆਂ ਨੇ, ਪਰ ਹੁਣ ਇਸ ਚੀਜ਼ ਨੂੰ ਲੈ ਕੇ ਵੀ ਚਿੰਤਾ ਦਾ ਪ੍ਰਗਟਾਵਾ ਕੀਤਾ ਜਾ ਰਿਹਾ ਕਿ ਗੈਸ ਸਟੇਸ਼ਨ ਦੇ ਉੱਪਰ ਚੋਰੀਆਂ ਵੀ ਹੋ ਸਕਦੀਆਂ ਨੇ। ਕਈ ਥਾਵਾਂ ਤੋਂ ਇਸ ਤਰ੍ਹਾਂ ਦੇ ਮਾਮਲੇ ਰਿਪੋਰਟ ਵੀ ਕੀਤੇ ਗਏ, ਪਰ ਹੁਣ ਪੁਲਿਸ ਵੱਲੋਂ ਤਿਆਰੀ ਕੀਤੀ ਜਾ ਰਹੀ ਹੈ ਕਿ ਇਸ ਤਰ੍ਹਾਂ ਦੇ ਮਾਮਲਿਆਂ ਨਾਲ ਨਿਪਟਿਆ ਜਾ ਸਕੇ। ਕੈਨੇਡਾ ਦੇ ਵੱਖ-ਵੱਖ ਸੂਬਿਆਂ ਵਿੱਚ ਲਗਾਤਾਰ ਗੈਸ ਦੀਆਂ ਕੀਮਤਾਂ ਵਧ ਰਹੀਆਂ ਨੇ, ਜਿਸ ਨੂੰ ਲੈ ਕੇ ਹੁਣ ਚਿੰਤਾ ਦਾ ਵੀ ਪ੍ਰਗਟਾਵਾ ਕੀਤਾ ਜਾ ਰਿਹਾ ਹੈ। ਪੁਲਿਸ ਅਤੇ ਸਟੋਰ ਮਾਲਕਾਂ ਵੱਲੋਂ ਇਸ ਚੀਜ਼ ਦੀ ਤਿਆਰੀ ਕੀਤੀ ਜਾ ਰਹੀ ਹੈ ਕਿ ਕਿਤੇ ਇੱਥੇ ਗੈਸ ਸਟੋਰਾਂ ਦੇ ਉੱਪਰ ਚੋਰੀ ਨਾ ਹੋ ਜਾਵੇ। ਜੀ ਹਾਂ, ਜੰਗ ਦੇ ਕਾਰਨ ਜੋ ਪ੍ਰੋਵਿੰਸ ਵਿੱਚ ਗੈਸ ਦੀਆਂ ਕੀਮਤਾਂ ਲਗਾਤਾਰ ਵਧ ਰਹੀਆਂ ਨੇ, ਉਸ ਨੂੰ ਧਿਆਨ ਵਿੱਚ ਰੱਖਦਿਆਂ ਹੁਣ ਪੁਲਿਸ ਅਤੇ ਛੋਟੇ ਰਿਟੇਲਰਸ ਵੱਲੋਂ ਚੋਰੀ ਦੇ ਸੰਬੰਧ ਵਿੱਚ ਤਿਆਰੀ ਕੀਤੀ ਜਾ ਰਹੀ ਹੈ। ਟਰੈਕਿੰਗ ਵੈਬਸਾਈਟ gasbuddy.com ਦੇ ਮੁਤਾਬਕ ਪਿਛਲੇ ਹਫ਼ਤੇ ਗੈਸ ਦੀਆਂ ਕੀਮਤਾਂ $1.60 ਤੋਂ $1.90 ਪ੍ਰਤੀ ਲੀਟਰ ਦੇ ਵਿਚਕਾਰ ਰਹੀਆਂ। ਓਨਟਾਰੀਓ ਐਸੋਸੀਏਸ਼ਨ ਆਫ ਚੀਫਸ ਆਫ ਪੁਲਿਸ ਵੱਲੋਂ ਇਹ ਗੱਲ ਕਹੀ ਗਈ ਕਿ ਉਹਨਾਂ ਨੂੰ ਕਈ ਰੀਟੇਲ ਇੰਡਸਟਰੀ ਦੇ ਨਾਲ ਜੁੜੇ ਹੋਏ ਲੋਕ ਇਸ ਗੱਲ ਨੂੰ ਲੈ ਕੇ ਚਿੰਤਾ ਪ੍ਰਗਟਾਉਂਦੇ ਹੋਏ ਦਿਖਾਈ ਦੇ ਰਹੇ ਨੇ ਕਿ ਉਹਨਾਂ ਦੇ ਗੈਸ ਸਟੇਸ਼ਨਾਂ ਦੇ ਉੱਪਰ ਚੋਰੀ ਨਾ ਹੋ ਜਾਵੇ। ਓਨਟਾਰੀਓ ਕਨਵੀਨੀਅੰਸ ਸਟੋਰ ਐਸੋਸੀਏਸ਼ਨ, ਜਿਸ ਵਿੱਚ 7,500 ਰਿਟੇਲਰ ਸ਼ਾਮਿਲ ਨੇ, ਉਹਨਾਂ ਵੱਲੋਂ ਲਗਾਤਾਰ ਚਿੰਤਾ ਦਾ ਪ੍ਰਗਟਾਵਾ ਕੀਤਾ ਜਾ ਰਿਹਾ ਹੈ। ਵਿਨੀਪੈਗ ਤੋਂ ਇਸ ਬਾਰੇ ਜੋ ਜਾਣਕਾਰੀ ਸਾਹਮਣੇ ਆਈ ਹੈ, ਉਸ ਵਿੱਚ ਪਤਾ ਚੱਲਦਾ ਹੈ ਕਿ ਪਿਛਲੇ ਕੁਝ ਦਿਨਾਂ ਦੌਰਾਨ ਇੱਥੇ ਗੈਸ ਦੀ ਚੋਰੀ ਨਾਲ ਜੁੜੇ ਹੋਏ ਮਾਮਲੇ ਦਰਜ ਕੀਤੇ ਗਏ ਨੇ। ਇਸ ਸਭ ਨੂੰ ਧਿਆਨ ਵਿੱਚ ਰੱਖਦਿਆਂ ਹੁਣ तमाम ਪ੍ਰੋਵਿੰਸਸ ਦੇ ਵੱਲੋਂ ਤਿਆਰੀ ਕੀਤੀ ਜਾ ਰਹੀ ਹੈ ਕਿ ਇਸ ਤਰ੍ਹਾਂ ਦੇ ਮਾਮਲੇ ਇੱਥੇ ਦਰਜ ਕੀਤੇ ਨਾ ਜਾਣ। ਸਰੀ ਤੋਂ ਮਾਮਲਾ ਸਾਹਮਣੇ ਆਇਆ, ਜਿੱਥੇ ਅੱਧੀ ਰਾਤ ਨੂੰ ਗੋਲੀਆਂ ਚੱਲੀਆਂ। ਇਸ ਮਾਮਲੇ ਦੌਰਾਨ ਇੱਕ ਜਾਣੇ ਦੇ ਜ਼ਖਮੀ ਹੋਣ ਦੀ ਜਾਣਕਾਰੀ ਸਾਹਮਣੇ ਆਈ ਹੈ।
ਹੁਣ ਆਰਸੀਐਮਪੀ ਵੱਲੋਂ ਇਸ ਮਾਮਲੇ ਸੰਬੰਧੀ ਜਾਣਕਾਰੀ ਸਾਂਝੀ ਕੀਤੀ ਗਈ, ਪਰ ਅਜੇ ਤੱਕ ਉਹਨਾਂ ਵੱਲੋਂ ਪੀੜਤ ਦਾ ਨਾਮ ਜਨਤਕ ਨਹੀਂ ਕੀਤਾ ਗਿਆ। ਸਰੀ ਤੋਂ ਅੱਧੀ ਰਾਤ ਨੂੰ ਗੋਲੀਆਂ ਚੱਲਣ ਦਾ ਮਾਮਲਾ ਸਾਹਮਣੇ ਆਇਆ। ਇਸ ਦੌਰਾਨ ਇੱਕ ਜਾਣੇ ਦੇ ਜ਼ਖਮੀ ਹੋਣ ਦੀ ਖਬਰ ਸਾਹਮਣੇ ਆਈ ਹੈ। ਇਸ ਮਾਮਲੇ ਸੰਬੰਧੀ ਸਰੀ ਆਰਸੀਐਮਪੀ ਵੱਲੋਂ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਗਿਆ ਕਿ ਗਿਲਫੋਰਡ ਵਿੱਚ ਅੱਧੀ ਰਾਤ ਨੂੰ ਗੋਲੀਆਂ ਚੱਲੀਆਂ। ਹੁਣ ਪੁਲਿਸ ਵੱਲੋਂ ਇਸ ਮਾਮਲੇ ਦੀ ਪੜਤਾਲ ਕਰਦਿਆਂ ਕਿਹਾ ਜਾ ਰਿਹਾ ਹੈ ਕਿ ਜੇਕਰ ਕਿਸੇ ਨੂੰ ਵੀ ਜਾਣਕਾਰੀ ਹੋਵੇ ਤਾਂ ਉਹਨਾਂ ਨਾਲ ਜ਼ਰੂਰ ਸੰਪਰਕ ਕਰਨ। ਇਸ ਮਾਮਲੇ ਸੰਬੰਧੀ ਜਿਹੜੀ ਹੁਣ ਤੱਕ ਦੀ ਜਾਣਕਾਰੀ ਸਾਹਮਣੇ ਆਈ ਹੈ ਉਸ ਮੁਤਾਬਕ 104 ਐਵਨਿਊ ਦੇ 14100 ਬਲਾਕ ਵਿੱਚ ਰਾਤ 11:30 ਦੇ ਕਰੀਬ ਗੋਲੀਆਂ ਚੱਲੀਆਂ। ਇਸ ਮਾਮਲੇ ਨੂੰ ਟਾਰਗੇਟਡ ਮੰਨਿਆ ਜਾ ਰਿਹਾ ਹੈ, ਪਰ ਇਸ ਦਾ ਸੰਬੰਧ ਲੋਅਰ ਮੇਨਲੈਂਡ ਗੈਂਗ ਕੌਨਫਲਿਕਟ ਦੇ ਨਾਲ ਨਹੀਂ ਹੈ। ਫਿਲਹਾਲ ਅਜੇ ਇਸ ਮਾਮਲੇ ਦੀ ਜਾਂਚ ਆਪਣੇ अर्ਲੀ ਸਟੇਜਸ ਦੇ ਉੱਪਰ ਹੈ। ਅਜੇ ਤੱਕ ਇਹ ਸਪਸ਼ਟ ਨਹੀਂ ਹੋ ਸਕਿਆ ਕਿ ਕਿਸ ਵੱਲੋਂ ਤੇ ਕਿਉਂ ਇੱਥੇ ਗੋਲੀਆਂ ਚਲਾਈਆਂ ਗਈਆਂ ਨੇ। ਹੁਣ ਇਸ ਮਾਮਲੇ ਦੇ ਸੰਬੰਧ ਵਿੱਚ ਪੁਲਿਸ ਵੱਲੋਂ ਗਵਾਹ ਲੱਭਿਆ ਜਾ ਰਿਹਾ ਹੈ ਤੇ ਨਾਲ ਹੀ ਸੀਸੀਟੀਵੀ ਫੁਟੇਜ ਦੀ ਵੀ ਭਾਲ ਕੀਤੀ ਜਾ ਰਹੀ ਹੈ। ਸਰੀ ਆਰਸੀਐਮਪੀ ਦਾ ਕਹਿਣਾ ਹੈ ਕਿ ਜੇਕਰ ਕਿਸੇ ਨੂੰ ਵੀ ਇਸ ਮਾਮਲੇ ਸੰਬੰਧੀ ਕੋਈ ਜਾਣਕਾਰੀ ਹੋਵੇ ਤਾਂ ਉਹਨਾਂ ਨਾਲ 604 599 0502 ਜਾਂ ਫਿਰ ਕ੍ਰਾਈਮ ਸਟਾਪਰਸ ਨਾਲ 1800 222 8477 ਤੇ ਕਾਲ ਕਰਕੇ ਜਾਣਕਾਰੀ ਸਾਂਝੀ ਕਰ ਸਕਦਾ ਹੈ। ਇਸ ਤੋਂ ਇਲਾਵਾ ਪੁਲਿਸ ਵੱਲੋਂ ਅਜੇ ਉਸ ਵਿਅਕਤੀ ਦਾ ਨਾਮ ਜਨਤਕ ਨਹੀਂ ਕੀਤਾ ਗਿਆ ਜੋ ਇਸ ਘਟਨਾ ਵਿੱਚ ਜ਼ਖਮੀ ਹੋਇਆ। ਰੂਸ ਦੇ ਕਾਰੋਬਾਰੀ ਖਿਲਾਫ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੱਲੋਂ ਨਵੀਆਂ ਪਾਬੰਦੀਆਂ ਦਾ ਐਲਾਨ ਕੀਤਾ ਗਿਆ। ਰਸ਼ੀਆ ਦੇ ਉੱਪਰ ਕੈਨੇਡਾ ਵੱਲੋਂ ਲਗਾਤਾਰ ਪਾਬੰਦੀਆਂ ਲਗਾਈਆਂ ਜਾ ਰਹੀਆਂ ਨੇ। ਅਜਿਹੇ ਦੇ ਵਿੱਚ ਜੋ ਆਰਥਿਕ ਪਾਬੰਦੀਆਂ ਜਿਹੜੀਆਂ ਕੈਨੇਡਾ ਵੱਲੋਂ ਰਸ਼ੀਆ ਦੇ ਉੱਪਰ ਲਗਾਈਆਂ ਜਾ ਰਹੀਆਂ ਨੇ, ਪਰ ਹੁਣ ਕਈ ਅਜਿਹੇ ਨਾਮ ਵੀ ਨੇ ਜਿਹੜੇ ਕਾਰੋਬਾਰੀਆਂ ਦੇ ਉੱਪਰ ਰਿਸਟ੍ਰਿਕਸ਼ਨਸ ਕੈਨੇਡਾ ਵੱਲੋਂ ਲਗਾਉਣ ਦਾ ਐਲਾਨ ਕੀਤਾ ਗਿਆ। ਕੈਨੇਡਾ ਵੱਲੋਂ ਰਸ਼ੀਆ ਦੇ ਵੱਡੇ ਕਾਰੋਬਾਰੀ ਦੇ ਖਿਲਾਫ ਐਕਸ਼ਨ ਲਿਆ ਗਿਆ ਹੈ। ਜੀ ਹਾਂ, ਕੈਨੇਡਾ ਵੱਲੋਂ ਹਾਈ ਪ੍ਰੋਫਾਈਲ ਰਸ਼ੀਆ ਦੇ ਕਾਰੋਬਾਰੀ ਰੋਮਨ ਵਿਰੁੱਧ ਕਈ ਪਾਬੰਦੀਆਂ ਲਗਾਈਆਂ ਗਈਆਂ। ਇਸ ਤੋਂ ਪਹਿਲਾਂ ਵੀ ਕੈਨੇਡਾ ਵੱਲੋਂ ਰਸ਼ੀਆ ਦੇ ਉੱਪਰ ਕਈ ਵਾਰ ਪਾਬੰਦੀਆਂ ਲਗਾਈਆਂ ਜਾ ਚੁੱਕੀਆਂ ਨੇ, ਜਿਸ ਬਾਰੇ ਸਮੇਂ-ਸਮੇਂ ਤੇ ਜਾਣਕਾਰੀ ਸਾਂਝੀ ਕੀਤੀ ਜਾ ਰਹੀ ਹੈ। ਹੁਣ ਤੱਕ ਕੈਨੇਡਾ ਵੱਲੋਂ ਰੂਸ ਦੇ ਕਈ ਕਾਰੋਬਾਰੀਆਂ ਖਿਲਾਫ ਕਦਮ ਚੁੱਕਿਆ ਜਾ ਚੁੱਕਿਆ ਹੈ ਤੇ ਇਸੇ ਵਿੱਚ ਹੁਣ 5 ਹੋਰ ਕਾਰੋਬਾਰੀਆਂ ਦੇ ਨਾਮ ਜੁੜ ਚੁੱਕੇ ਨੇ। ਫੈਡਰਲ ਸਰਕਾਰ ਵੱਲੋਂ ਰੂਸ ਦੀ ਵਿਦੇਸ਼ੀ ਇੰਟੈਲੀਜੈਂਸ ਸਰਵਿਸ ਸਮੇਤ ਰੂਸ ਦੀਆਂ ਫੌਜੀ ਅਤੇ ਸੁਰੱਖਿਆ ਸੇਵਾਵਾਂ ਨਾਲ ਜੁੜੀਆਂ 32 ਸੰਸਥਾਵਾਂ ਤੇ ਕੰਪਨੀਆਂ ਤੇ ਵੀ ਪਾਬੰਦੀ ਲਗਾ ਦਿੱਤੀ ਹੈ। ਪ੍ਰਧਾਨ ਮੰਤਰੀ ਜਸਟਿਨ ਟਰੂਡੋ ਇਨੀ ਦਿਨੀ ਆਪਣੇ ਯੂਰਪ ਦੌਰੇ ਦੇ ਉੱਪਰ ਗਏ ਹੋਏ ਸਨ। ਇਸ ਦੇ ਆਖਰੀ ਦਿਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੱਲੋਂ ਨਵੀਆਂ ਪਾਬੰਦੀਆਂ ਦਾ ਐਲਾਨ ਕੀਤਾ ਗਿਆ, ਜਿਸ ਵਿੱਚ ਉਹਨਾਂ ਕਿਹਾ ਕਿ ਰੂਸੀ ਕੋਲੀਨਾਂ ਨੂੰ ਕੈਨੇਡਾ ਵਿੱਚ ਕਾਰੋਬਾਰ ਕਰਨ ਤੋਂ ਰੋਕਿਆ ਜਾਵੇਗਾ। ਇਸ ਤੋਂ ਇਲਾਵਾ ਉਹਨਾਂ ਦੀਆਂ ਜਾਇਦਾਦਾਂ ਜ਼ਬਤ ਕਰਨ ਦਾ ਵੀ ਫੈਸਲਾ ਕੀਤਾ ਗਿਆ ਹੈ। ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕਿਹਾ ਕਿ ਇਸ ਫੈਸਲੇ ਦਾ ਪ੍ਰਭਾਵ ਫੈਡਰਲ ਸਰਕਾਰ ਦੇ ਧਿਆਨ ਵਿੱਚ ਹੈ। ਉਹਨਾਂ ਨੂੰ ਭਰੋਸਾ ਹੈ ਕਿ ਇਸ ਤਰ੍ਹਾਂ ਦੇ ਕਦਮ ਨਾਲ 1700 ਮੁਲਾਜ਼ਮਾਂ ਦੇ ਕੰਮ ਦੇ ਉੱਪਰ ਕੋਈ ਵੀ ਅਸਰ ਨਹੀਂ ਪਵੇਗਾ। ਪ੍ਰਧਾਨ ਮੰਤਰੀ ਦਾ ਕਹਿਣਾ ਹੈ ਕਿ ਦੇਸ਼ ਭਰ ਦੀਆਂ ਕੰਪਨੀਆਂ ਵਿੱਚ ਕੰਮ ਕਰਨ ਵਾਲੇ ਮਿਹਨਤੀ ਕੈਨੇਡੀਅਨਸ ਦੇ ਉੱਪਰ ਇਸ ਦਾ ਕੋਈ ਵੀ ਅਸਰ ਨਹੀਂ ਪਵੇਗਾ। ਜ਼ਿਕਰਯੋਗ ਹੈ ਕਿ ਪਿਛਲੇ ਹਫ਼ਤੇ ਡਿਪਟੀ ਪ੍ਰਧਾਨ ਮੰਤਰੀ ਫਰੀਲੈਂਡ ਨੇ ਕਿਹਾ ਸੀ ਕਿ ਪਾਬੰਦੀਆਂ ਦੀ ਚਰਚਾ ਵਿੱਚ ਇਹ ਵੀ ਸ਼ਾਮਲ ਹੈ ਕਿ ਪਾਬੰਦੀਆਂ ਦਾ ਕੈਨੇਡੀਅਨ ਆਰਥਿਕਤਾ ਦੇ ਉੱਪਰ ਵੀ ਅਸਰ ਪੈ ਸਕਦਾ ਹੈ। ਇਮੀਗ੍ਰੇਸ਼ਨ ਵਿਭਾਗ ਵੱਲੋਂ ਤਾਜ਼ਾ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਗਿਆ ਕਿ ਜੋ ਫਾਈਲਾਂ ਦਾ ਬੈਕਲੌਗ ਇਕੱਠਾ ਹੋਇਆ ਸੀ, ਉਹਨਾਂ ਵਿੱਚੋਂ ਕਾਫੀ ਫਾਈਲਾਂ ਦੇ ਉੱਪਰ ਫੈਸਲਾ ਸੁਣਾ ਦਿੱਤਾ ਗਿਆ ਹੈ। ਇਸ ਬੈਕਲੌਗ ਦੇ ਵਿੱਚ ਜਿਹੜੀ ਹੁਣ ਗਿਰਾਵਟ ਹੋਈ ਹੈ, ਇਸ ਦੇ ਬਾਰੇ IRCC ਵੱਲੋਂ ਤਾਜ਼ਾ ਅੰਕੜੇ ਪੇਸ਼ ਕੀਤੇ ਗਏ। ਇਮੀਗ੍ਰੇਸ਼ਨ ਵਿਭਾਗ ਕੋਲ ਜੋ ਫਾਈਲਾਂ ਦਾ ਬੈਕਲੌਗ ਇਕੱਠਾ ਹੋਇਆ ਸੀ, ਉਸ ਵਿੱਚ ਕਈ ਫਾਈਲਾਂ ਦਾ ਨਿਪਟਾਰਾ ਕੀਤਾ ਜਾ ਚੁੱਕਿਆ ਹੈ। ਜੀ ਹਾਂ, ਜਾਣਕਾਰੀ ਮੁਤਾਬਕ 24,000 ਦੇ ਕਰੀਬ ਫਾਈਲਾਂ ਦੇ ਉੱਪਰ ਫੈਸਲਾ ਸੁਣਾ ਦਿੱਤਾ ਗਿਆ। 28 ਫਰਵਰੀ ਦੌਰਾਨ ਜੋ ਇਮੀਗ੍ਰੇਸ਼ਨ ਰਿਫਿਊਜੀਜ਼ ਐਂਡ ਸਿਟੀਜ਼ਨਸ਼ਿਪ ਕੈਨੇਡਾ ਵੱਲੋਂ ਤਾਜ਼ਾ ਡਾਟਾ ਮੁਹੱਈਆ ਕਰਵਾਇਆ ਗਿਆ, ਉਸ ਤੋਂ ਬਾਅਦ ਪਤਾ ਚੱਲਦਾ ਹੈ ਕਿ ਇਸ ਸਮੇਂ ਇਮੀਗ੍ਰੇਸ਼ਨ ਵਿਭਾਗ ਕੋਲ 2,31,187 ਅਜਿਹੀਆਂ ਫਾਈਲਾਂ ਨੇ ਜਿਸ ਦੇ ਉੱਪਰ ਫੈਸਲਾ ਆਉਣਾ ਅਜੇ ਬਾਕੀ ਹੈ। ਫਰਵਰੀ 2022 ਦੀ ਸ਼ੁਰੂਆਤ ਵਿੱਚ ਇਹ ਜਾਣਕਾਰੀ ਸਾਹਮਣੇ ਆਈ ਸੀ ਕਿ 2,30,573 ਅਜਿਹੇ ਵਿਅਕਤੀ ਨੇ ਜਿਹੜੇ ਆਪਣੀ ਫਾਈਲਾਂ ਦੇ ਉੱਪਰ ਫੈਸਲੇ ਦਾ ਉਡੀਕ ਕਰ ਰਹੇ ਨੇ। ਇਕਨੋਮਿਕ ਕਲਾਸ ਐਪਲੀਕੈਂਟਸ ਦਾ ਜੋ ਬੈਕਲੌਗ ਹੈ, ਉਸ ਦੇ ਵਿੱਚ 24,400 ਦੀ ਗਿਰਾਵਟ ਦਰਜ ਕੀਤੀ ਗਈ ਹੈ, ਜਾਣੀ ਕਿ ਇਨ੍ਹਾਂ ਫਾਈਲਾਂ ਦੇ ਉੱਪਰ ਫੈਸਲਾ ਸੁਣਾ ਦਿੱਤਾ ਗਿਆ। ਇਸ ਦੇ ਨਾਲ ਹੀ ਇਹ ਵੀ ਜਾਣਕਾਰੀ ਸਾਹਮਣੇ ਆਈ ਹੈ ਕਿ ਪ੍ਰੋਵਿੰਸ਼ੀਅਲ ਨੋਮੀਨੀ ਪ੍ਰੋਗਰਾਮ ਦੇ ਵਾਸਤੇ ਜਿਹੜੀਆਂ ਐਪਲੀਕੇਸ਼ਨਸ ਨੇ, ਉਸ ਦੇ ਵਿੱਚ 4,685 ਦਾ ਵਾਧਾ ਹੋ ਗਿਆ, ਜਾਣੀ ਕਿ ਇਹ ਬੈਕਲੌਗ ਇਕੱਠਾ ਹੋ ਗਿਆ। ਇਮੀਗ੍ਰੇਸ਼ਨ ਵਿਭਾਗ ਵੱਲੋਂ ਜੋ ਟੀਆਰ ਟੂ ਪੀਆਰ ਪ੍ਰੋਗਰਾਮ ਲਿਆਂਦਾ ਗਿਆ ਸੀ, ਜਿੱਥੇ ਨਵੰਬਰ ਮਹੀਨੇ ਦੌਰਾਨ ਇਸ ਪ੍ਰੋਗਰਾਮ ਸੰਬੰਧੀ ਅਰਜ਼ੀਆਂ ਲੈਣੀਆਂ ਬੰਦ ਕਰ ਦਿੱਤੀਆਂ ਗਈਆਂ। ਇਸ ਵਿੱਚ ਇਹ ਦੇਖਿਆ ਗਿਆ ਕਿ ਦਸੰਬਰ 2021 ਦੇ ਮਿਡਲ ਵਿੱਚ 14,153 ਦਾ ਵਾਧਾ ਹੋ ਗਿਆ। ਇਸ ਦੇ ਨਾਲ ਹੀ ਦਸੰਬਰ 15, 2021 ਤੋਂ ਫਰਵਰੀ 28, 2022 ਦੌਰਾਨ ਇਹ ਦੇਖਿਆ ਗਿਆ ਕਿ ਕੈਨੇਡੀਅਨ ਐਕਸਪੀਰੀਅੰਸ ਕਲਾਸ ਅਧੀਨ 12,587 ਐਪਲੀਕੇਸ਼ਨਸ ਦੇ ਵਿੱਚ ਗਿਰਾਵਟ ਆਈ, ਜਿਹੜੀ ਕਿ ਇਹਨਾਂ ਦੇ ਉੱਪਰ ਫੈਸਲਾ ਸੁਣਾ ਦਿੱਤਾ ਗਿਆ।
ਫੈਡਰਲ ਸਕਿਲਡ ਵਰਕਰ ਪ੍ਰੋਗਰਾਮ ਵਿੱਚ ਜੋ ਇਨਵੈਂਟਰੀ ਹੈ ਉਹ 9092 ਹੇਠਾਂ ਆ ਗਈ। ਜ਼ਿਕਰਯੋਗ ਹੈ ਕਿ ਫਰਵਰੀ ਮਹੀਨੇ ਦੌਰਾਨ ਇਮੀਗ੍ਰੇਸ਼ਨ ਮੰਤਰੀ ਵੱਲੋਂ ਇਸ ਗੱਲ ਨੂੰ ਲੈ ਕੇ ਸੰਕੇਤ ਦਿੱਤਾ ਗਿਆ ਕਿ ਜਲਦ ਹੀ ਜੋ ਵੱਡੇ ਡਰਾਅ ਨੇ ਉਹਨਾਂ ਨੂੰ ਵੀ ਕੱਢਣ ਦੀ ਸ਼ੁਰੂਆਤ ਕਰ ਦਿੱਤੀ ਜਾਏਗੀ, ਪਰ ਇਸ ਬਾਰੇ ਉਹਨਾਂ ਵੱਲੋਂ ਅਜੇ ਤਾਰੀਖ ਦਾ ਐਲਾਨ ਨਹੀਂ ਕੀਤਾ ਗਿਆ। ਹੁਣ ਸਰਕਾਰ ਵੱਲੋਂ ਜੋ ਇਮੀਗ੍ਰੇਸ਼ਨ ਲੈਵਲਸ ਪਲਾਨ 2022 ਤੋਂ 2024 ਸਾਂਝਾ ਕੀਤਾ ਗਿਆ, ਉਸ ਵਿੱਚ ਦੱਸਿਆ ਗਿਆ ਹੈ ਕਿ ਕਿਵੇਂ 4 ਲੱਖ ਤੋਂ ਵੱਧ ਇਮੀਗ੍ਰੈਂਟਸ ਦਾ ਸਵਾਗਤ ਕੀਤਾ ਜਾਵੇਗਾ। ਇਸ ਸਾਲ 4,32,000 ਨਵੇਂ ਇਮੀਗ੍ਰੈਂਟਸ ਦਾ ਕੈਨੇਡਾ ਵਿੱਚ ਸਵਾਗਤ ਕੀਤਾ ਜਾਵੇਗਾ। 2024 ਵਾਸਤੇ ਇਹ ਟਾਰਗੇਟ 4,50,000 ਦਾ ਤੈਅ ਕੀਤਾ ਗਿਆ ਹੈ। ਟਿਮ ਹਾਰਟਨ ਤੋਂ ਇੱਕ ਅਜਿਹਾ ਮਾਮਲਾ ਸਾਹਮਣੇ ਆਇਆ ਸੀ ਜਿੱਥੇ ਕੰਮ ਕਰਨ ਵਾਲੀ ਔਰਤ ਦੇ ਉੱਪਰ ਦੂਸਰੀ ਔਰਤ ਵੱਲੋਂ ਕੌਫੀ ਸੁੱਟੀ ਗਈ। ਹੁਣ ਪੁਲਿਸ ਵੱਲੋਂ ਇਸ ਮਾਮਲੇ ਸੰਬੰਧੀ ਕਾਰਵਾਈ ਕਰਦਿਆਂ ਕੌਫੀ ਸੁੱਟਣ ਵਾਲੀ ਔਰਤ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਇਸ ਦੀ ਪਹਿਚਾਣ ਵੀ ਪੁਲਿਸ ਵੱਲੋਂ ਜਨਤਕ ਕੀਤੀ ਗਈ। ਟਿਮ ਹਾਰਟਨ ਵਿੱਚ ਕੰਮ ਕਰਨ ਵਾਲੇ ਕਰਮਚਾਰੀ ਤੇ ਇੱਕ ਔਰਤ ਵੱਲੋਂ ਕੌਫੀ ਸੁੱਟੀ ਗਈ ਤੇ ਹੁਣ ਇਸ ਮਾਮਲੇ ਦੇ ਸੰਬੰਧ ਵਿੱਚ ਔਰਤ ਨੂੰ ਗ੍ਰਿਫਤਾਰ ਕੀਤਾ ਗਿਆ। ਇਹ ਮਾਮਲਾ ਅਕਤੂਬਰ ਮਹੀਨੇ ਦੌਰਾਨ ਸਾਹਮਣੇ ਆਇਆ ਸੀ, ਜਿਸ ਸੰਬੰਧ ਵਿੱਚ ਹੁਣ ਵੈਨਕੂਵਰ ਪੁਲਿਸ ਵੱਲੋਂ 27 ਸਾਲਾ ਔਰਤ ਨੂੰ ਗ੍ਰਿਫਤਾਰ ਕੀਤਾ ਗਿਆ। ਇਸ ਵੱਲੋਂ ਟਿਮ ਹਾਰਟਨ 'ਚ ਕੰਮ ਕਰਨ ਵਾਲੀ ਵਰਕਰ ਦੇ ਉੱਪਰ ਕੌਫੀ ਸੁੱਟੀ ਗਈ ਸੀ। ਇਸ ਦੌਰਾਨ ਜੋ ਇੱਕ ਵੀਡੀਓ ਸਾਹਮਣੇ ਆਈ ਹੈ, ਉਸ ਵਿੱਚ ਪਤਾ ਚੱਲਿਆ ਕਿ ਕਿਵੇਂ ਕਰਮਚਾਰੀ ਵੱਲੋਂ ਔਰਤ ਨੂੰ ਜਦੋਂ ਕੌਫੀ ਫੜਾਈ ਗਈ ਤਾਂ ਫਿਰ ਇਸ ਔਰਤ ਨੇ ਉਸ ਕੰਮ ਕਰਨ ਵਾਲੀ ਵਰਕਰ ਦੇ ਚਿਹਰੇ ਤੇ ਕੌਫੀ ਸੁੱਟ ਦਿੱਤੀ। ਇਸ ਮਾਮਲੇ ਸੰਬੰਧੀ ਜਾਣਕਾਰੀ ਸਾਂਝੀ ਕਰਦਿਆਂ ਪੁਲਿਸ ਵੱਲੋਂ ਦੱਸਿਆ ਗਿਆ ਕਿ ਉਹਨਾਂ ਵੱਲੋਂ ਇਸ ਮਾਮਲੇ ਦੇ ਬਾਰੇ ਚੰਗੀ ਤਰ੍ਹਾਂ ਪੜਤਾਲ ਕੀਤੀ ਗਈ। ਜੋ ਵੀਡੀਓ ਸਾਹਮਣੇ ਆਈ ਹੈ ਉਸ ਨੂੰ ਵੀ ਬੜੇ ਧਿਆਨ ਦੇ ਨਾਲ ਦੇਖਿਆ ਗਿਆ। ਇਨਵੈਸਟੀਗੇਸ਼ਨ ਤੋਂ ਬਾਅਦ ਹੀ ਉਹਨਾਂ ਵੱਲੋਂ ਔਰਤ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਜਿਸ ਔਰਤ ਨੂੰ ਗ੍ਰਿਫਤਾਰ ਕੀਤਾ ਗਿਆ ਉਸ ਦੀ ਪਹਿਚਾਣ ਵੀ ਜਨਤਕ ਕੀਤੀ ਗਈ। ਇਸ ਦਾ ਨਾਮ ਮੇਗਨ ਦੇ ਤੌਰ ਦੇ ਉੱਪਰ ਦੱਸਿਆ ਗਿਆ। ਮੇਗਨ ਦੇ ਉੱਪਰ ਅਸੌਲਟ ਵਿਦ ਅ ਵੈਪਨ ਵਰਗੇ ਚਾਰਜ ਲਗਾਏ ਗਏ ਨੇ ਤੇ ਅਜੇ ਉਸ ਦੇ ਕੋਰਟ ਵਿੱਚ ਇਹ ਚਾਰਜ ਪ੍ਰੂਵ ਹੋਣੇ ਬਾਕੀ ਹਨ। ਚੀਨ ਦੇ ਵਿੱਚ ਕੋਰੋਨਾ ਵਾਇਰਸ ਦੇ ਮਾਮਲੇ ਵਧਣ ਲੱਗੇ ਨੇ ਤੇ ਹੁਣ 9 ਮਿਲੀਅਨ ਦੀ ਆਬਾਦੀ ਵਾਲੇ ਸ਼ਹਿਰ ਨੂੰ ਲਾਕਡਾਊਨ ਲਗਾਉਣ ਦਾ ਹੁਕਮ ਜਾਰੀ ਕਰ ਦਿੱਤਾ ਗਿਆ। ਕਾਫੀ ਸਖਤੀ ਇੱਥੇ ਕਰ ਦਿੱਤੀ ਗਈ ਹੈ। ਲੋਕਾਂ ਨੂੰ ਅਪੀਲ ਕੀਤੀ ਗਈ ਹੈ ਕਿ ਉਹ ਘਰ ਦੇ ਅੰਦਰ ਹੀ ਰਹਿਣ। ਉਹ ਸਿਰਫ ਹਫ਼ਤੇ ਵਿੱਚ 2 ਵਾਰ ਬਾਹਰ ਆ ਸਕਦੇ ਨੇ, ਉਹ ਵੀ ਕੋਈ ਪਰਿਵਾਰ ਦਾ ਇੱਕ ਮੈਂਬਰ ਬਾਹਰ ਆ ਕੇ ਕੋਈ ਖਾਣ ਪੀਣ ਦੀਆਂ ਜਾਂ ਜ਼ਰੂਰਤ ਦੀਆਂ ਚੀਜ਼ਾਂ ਲੈ ਕੇ ਜਾ ਸਕਦਾ ਹੈ। ਚਾਈਨਾ ਵਿੱਚ ਇੱਕ ਵਾਰ ਫਿਰ ਤੋਂ ਕੋਰੋਨਾ ਵਾਇਰਸ ਦੇ ਮਾਮਲੇ ਵਧਣ ਲੱਗੇ ਨੇ, ਜਿਸ ਨੂੰ ਧਿਆਨ ਵਿੱਚ ਰੱਖਦਿਆਂ 9 ਮਿਲੀਅਨ ਆਬਾਦੀ ਵਾਲੇ ਸ਼ਹਿਰ ਨੂੰ ਚਾਈਨਾ ਵੱਲੋਂ ਲਾਕਡਾਊਨ ਲਗਾ ਦਿੱਤਾ ਗਿਆ। ਚਾਈਨਾ ਵੱਲੋਂ ਚਾਂਗਚੂਨ ਸ਼ਹਿਰ ਵਿੱਚ ਲਾਕਡਾਊਨ ਲਗਾਉਣ ਦਾ ਹੁਕਮ ਜਾਰੀ ਕਰ ਦਿੱਤਾ ਗਿਆ ਹੈ। ਦਰਅਸਲ ਇੱਥੇ ਕੋਰੋਨਾ ਵਾਇਰਸ ਦੇ ਮਾਮਲੇ ਵਧਣ ਲੱਗੇ ਹਨ। ਇੱਥੋਂ ਦੇ ਵਸਨੀਕਾਂ ਨੂੰ ਇਹ ਹੁਕਮ ਜਾਰੀ ਕੀਤੇ ਗਏ ਨੇ ਕਿ ਉਹ ਘਰਾਂ ਵਿੱਚ ਰਹਿਣਗੇ। ਜੇਕਰ ਉਹਨਾਂ ਨੇ ਕੋਈ ਜ਼ਰੂਰੀ ਸਮਾਨ ਲੈਣਾ ਹੈ ਤਾਂ ਫਿਰ ਹਫ਼ਤੇ ਵਿੱਚ ਉਹ 2 ਦਿਨ ਬਾਹਰ ਨਿਕਲ ਸਕਣਗੇ, ਪਰ ਇਹਨਾਂ ਵਿੱਚੋਂ ਸਿਰਫ ਇੱਕ ਪਰਿਵਾਰਕ ਮੈਂਬਰ ਹੀ ਖਾਣ ਪੀਣ ਦੀਆਂ ਚੀਜ਼ਾਂ ਜਾਂ ਫਿਰ ਹੋਰ ਜ਼ਰੂਰਤ ਦੀਆਂ ਚੀਜ਼ਾਂ ਲੈਣ ਵਾਸਤੇ ਬਾਹਰ ਜਾ ਸਕੇਗਾ। ਇਸ ਤੋਂ ਇਲਾਵਾ ਲੋਕਾਂ ਵਾਸਤੇ ਜ਼ਰੂਰੀ ਹੋਵੇਗਾ ਕਿ ਉਹ 3 ਰਾਊਂਡ ਟੈਸਟਿੰਗ ਵੀ ਕਰਵਾਉਣ। ਇੱਥੇ ਕੋਰੋਨਾ ਵਾਇਰਸ ਦੇ ਵੱਧ ਰਹੇ ਮਾਮਲਿਆਂ ਨੂੰ ਧਿਆਨ ਵਿੱਚ ਰੱਖਦਿਆਂ ਨਾਨ ਐਸੈਂਸ਼ੀਅਲ ਬਿਜ਼ਨਸ ਅਦਾਰੇ ਅਤੇ ਟਰਾਂਸਪੋਰਟ ਲਿੰਕਸ ਨੂੰ ਬੰਦ ਕਰ ਦਿੱਤਾ ਗਿਆ ਹੈ। ਇਸ ਤੋਂ ਇਲਾਵਾ ਜੋ ਜਾਣਕਾਰੀ ਸਾਹਮਣੇ ਆਈ ਉਸ ਮੁਤਾਬਕ ਜੋ 74 ਮਾਮਲੇ ਸਾਹਮਣੇ ਆਏ ਨੇ, ਉਸ ਦੇ ਕਾਰਨ 6000 ਲੋਕਾਂ ਨੂੰ ਕੁਆਰੰਟਾਈਨ ਕਰਨ ਦੇ ਵਾਸਤੇ ਕਹਿ ਦਿੱਤਾ ਗਿਆ। ਇਹ ਮਾਮਲੇ ਸਕੂਲ ਨਾਲ ਜੁੜੇ ਹੋਏ ਨੇ, ਜਿਸ ਦੀ ਜਾਣਕਾਰੀ ਸਟੇਟ ਬ੍ਰਾਡਕਾਸਟਰ CCTV ਤੋਂ ਸਾਹਮਣੇ ਆਈ ਹੈ। ਮੈਟਰੋ ਵੈਨਕੂਵਰ ਦੇ ਵਿੱਚ ਗੈਸ ਦੀਆਂ ਕੀਮਤਾਂ ਹਲਕੀਆਂ ਘਟਣਗੀਆਂ। ਇਸ ਬਾਰੇ ਮਾਹਰਾਂ ਵੱਲੋਂ ਜਾਣਕਾਰੀ ਸਾਂਝੀ ਕੀਤੀ ਗਈ। ਅਜਿਹਾ ਹੀ ਟੋਰਾਂਟੋ ਦੇ ਵਿੱਚ ਵੀ ਹੋਵੇਗਾ। ਦੱਸ ਦਈਏ ਕਿ ਲਗਾਤਾਰ ਗੈਸ ਦੀਆਂ ਕੀਮਤਾਂ ਵਧਦੀਆਂ ਜਾ ਰਹੀਆਂ ਨੇ, ਜਿਸ ਕਾਰਨ ਆਮ ਲੋਕਾਂ ਦੀ ਜੇਬ ਦੇ ਉੱਪਰ ਭਾਰੀ ਬੋਝ ਪੈ ਰਿਹਾ ਤੇ ਹੁਣ ਮਾਹਰਾਂ ਵੱਲੋਂ ਇਸ ਸੰਬੰਧੀ ਖਾਸ ਜਾਣਕਾਰੀ ਸਾਂਝੀ ਕੀਤੀ ਗਈ। ਮੈਟਰੋ ਵੈਨਕੂਵਰ ਦੇ ਵਿੱਚ ਗੈਸ ਦੀਆਂ ਕੀਮਤਾਂ ਅੰਦਰ ਗਿਰਾਵਟ ਹੋਏਗੀ। ਇੱਥੇ ਗੈਸ ਦੀਆਂ ਕੀਮਤਾਂ ਵਿੱਚ 15 ਸੈਂਟ ਦੀ ਗਿਰਾਵਟ ਹੋ ਸਕਦੀ ਹੈ। ਜੀ ਹਾਂ, ਇਹ ਵਿਚਾਰ ਗੈਸ ਪ੍ਰਾਈਸ ਐਨਾਲਿਸਟ ਵੱਲੋਂ ਸਾਂਝੇ ਕੀਤੇ ਗਏ। ਉਹਨਾਂ ਦਾ ਕਹਿਣਾ ਹੈ ਕਿ ਅੱਜ ਰਾਤ ਨੂੰ ਇੱਥੇ ਗੈਸ ਦੀਆਂ ਕੀਮਤਾਂ ਵਿੱਚ 15 ਸੈਂਟ ਦੀ ਗਿਰਾਵਟ ਹੋ ਸਕਦੀ ਹੈ, ਜਿਸ ਤੋਂ ਬਾਅਦ ਗੈਸ ਦੀਆਂ ਕੀਮਤਾਂ $1.99 ਪ੍ਰਤੀ ਲੀਟਰ ਦੇ ਉੱਪਰ ਪਹੁੰਚਣਗੀਆਂ। ਇਸ ਤੋਂ ਇਲਾਵਾ ਅਜਿਹਾ ਟੋਰਾਂਟੋ ਅਤੇ ਮੌਂਟਰੀਅਲ ਵਿੱਚ ਵੀ ਹੋ ਸਕਦਾ ਹੈ। ਦੱਸਦੀਏ ਕਿ ਇਹਨਾਂ ਖੇਤਰਾਂ ਵਿੱਚ ਗੈਸ ਦੀਆਂ ਕੀਮਤਾਂ ਅੰਦਰ ਲਗਾਤਾਰ ਵਾਧਾ ਦਰਜ ਕੀਤਾ ਜਾ ਰਿਹਾ ਸੀ, ਜਿਸ ਤੋਂ ਬਾਅਦ ਆਮ ਲੋਕਾਂ ਦੀਆਂ ਜੇਬਾਂ ਦੇ ਉੱਪਰ ਭਾਰੀ ਬੋਝ ਪੈ ਗਿਆ। ਦੱਸਣਯੋਗ ਹੈ ਕਿ 15 ਫਰਵਰੀ ਨੂੰ ਵੈਨਕੂਵਰ ਵਿੱਚ ਗੈਸ ਦੀਆਂ ਕੀਮਤਾਂ ਆਪਣੇ ਰਿਕਾਰਡ ਪੱਧਰ ਦੇ ਉੱਪਰ ਪਹੁੰਚੀਆਂ, ਜਿੱਥੇ ਗੈਸ ਦੀਆਂ ਕੀਮਤਾਂ 180.9 ਸੈਂਟ ਪ੍ਰਤੀ ਲੀਟਰ ਦੇ ਹਿਸਾਬ ਨਾਲ ਦਰਜ ਕੀਤੀਆਂ ਗਈਆਂ। ਇਸ ਤੋਂ ਇਲਾਵਾ ਹੁਣ ਮਾਹਰਾਂ ਦਾ ਕਹਿਣਾ ਹੈ ਕਿ ਗੈਸ ਦੀਆਂ ਕੀਮਤਾਂ ਵਿੱਚ ਹੋਰ ਵੀ ਵਾਧਾ ਹੋ ਸਕਦਾ ਹੈ, ਜਿਸ ਦੇ ਪਿੱਛੇ ਇਸ ਸਮੇਂ ਜੋ ਹਾਲਾਤ ਬਣੇ ਹੋਏ ਨੇ ਉਹਨਾਂ ਦਾ ਜ਼ਿਕਰ ਕੀਤਾ ਗਿਆ। ਦਰਅਸਲ ਰੂਸ ਵੱਲੋਂ ਜੋ ਯੂਕਰੇਨ ਦੇ ਉੱਪਰ ਹਮਲਾ ਕੀਤਾ ਗਿਆ, ਇਸ ਕਾਰਨ ਬਾਕੀ ਦੇਸ਼ ਵੀ ਪ੍ਰਭਾਵਿਤ ਹੋਏ ਨੇ। ਲਗਾਤਾਰ ਬਾਕੀ ਦੇਸ਼ਾਂ ਵਿੱਚ ਗੈਸ ਦੀਆਂ ਕੀਮਤਾਂ ਵਧਦੀਆਂ ਜਾ ਰਹੀਆਂ ਨੇ। ਇੱਕ ਔਰਤ ਦੇ ਉੱਪਰ ਕਿਸੇ ਅਜਨਬੀ ਵੱਲੋਂ ਹਮਲਾ ਕੀਤਾ ਗਿਆ। ਵੈਨਕੂਵਰ ਡਾਊਨਟਾਊਨ ਤੋਂ ਇਹ ਮਾਮਲਾ ਸਾਹਮਣੇ ਆਇਆ, ਜਿੱਥੇ ਔਰਤ ਦੀ ਲੱਤ ਦੇ ਉੱਪਰ ਇਹ ਹਮਲਾ ਕੀਤਾ ਗਿਆ। ਪੁਲਿਸ ਵੱਲੋਂ ਹੁਣ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਵੈਨਕੂਵਰ ਚਾਈਨਾ ਟਾਊਨ ਵਿੱਚ ਇੱਕ ਔਰਤ ਦੇ ਉੱਪਰ ਕਿਸੇ ਅਜਨਬੀ ਵੱਲੋਂ ਹਮਲਾ ਕੀਤਾ ਗਿਆ।
ਜਾਣਕਾਰੀ ਮੁਤਾਬਕ 41 ਸਾਲਾ ਔਰਤ ਦੇ ਉੱਪਰ ਅਜਨਬੀ ਵੱਲੋਂ ਡਾਊਨਟਾਊਨ ਵੈਨਕੂਵਰ ਵਿੱਚ ਹਾਈਪੋਡਰਮਿਕ ਨੀਡਲ ਨਾਲ ਹਮਲਾ ਕੀਤਾ ਗਿਆ। ਪੁਲਿਸ ਵੱਲੋਂ ਸਾਂਝੀ ਕੀਤੀ ਗਈ ਜਾਣਕਾਰੀ ਮੁਤਾਬਕ ਇਹ ਅਸਾਲਟ ਦਾ ਮਾਮਲਾ 4:20 ਦੇ ਕਰੀਬ ਸਾਹਮਣੇ ਆਇਆ, ਜਿੱਥੇ ਇੱਕ ਸਟ੍ਰੇਂਜਰ ਵੱਲੋਂ ਹਾਈਪੋਡਰਮਿਕ ਨੀਡਲ ਦੇ ਨਾਲ ਔਰਤ ਦੀ ਲੱਤ ਵਿੱਚ ਹਮਲਾ ਕੀਤਾ ਗਿਆ। ਇਸ ਬਾਰੇ ਵੈਨਕੂਵਰ ਪੁਲਿਸ ਡਿਪਾਰਟਮੈਂਟ ਦੇ ਸਪੋਕਸਮੈਨ ਵੱਲੋਂ ਜਾਣਕਾਰੀ ਦਿੱਤੀ ਗਈ। ਇਸ ਮਾਮਲੇ ਨੂੰ ਉਹਨਾਂ ਵੱਲੋਂ ਅਨਪ੍ਰੋਵੋਕਡ ਦੱਸਿਆ ਗਿਆ। ਹੁਣ ਇਸ ਮਾਮਲੇ ਦੇ ਸੰਬੰਧ ਵਿੱਚ ਇੱਕ 27 ਸਾਲਾ ਔਰਤ ਦੇ ਉੱਪਰ ਕਾਰਵਾਈ ਕੀਤੀ ਗਈ, ਜਿਸ ਦੇ ਉੱਪਰ ਇਸ ਮਾਮਲੇ ਦੇ ਸੰਬੰਧ ਵਿੱਚ ਚਾਰਜ ਲਗਾਇਆ ਗਿਆ। ਇਸ ਦਾ ਨਾਮ ਐਲਿਜ਼ਾਬੈਥ ਕੈਲੀ ਦੱਸਿਆ ਗਿਆ ਹੈ ਤੇ ਜਲਦ ਹੀ ਇਸ ਦੀ ਕੋਰਟ ਵਿੱਚ ਪੇਸ਼ੀ ਹੋਣ ਵਾਲੀ ਹੈ। ਫਿਲਹਾਲ ਪੁਲਿਸ ਵੱਲੋਂ ਇਸ ਮਾਮਲੇ ਦੀ ਵਧੇਰੇ ਜਾਂਚ ਕੀਤੀ ਜਾ ਰਹੀ ਹੈ। ਇਸ ਦੇ ਨਾਲ ਹੀ ਪੁਲਿਸ ਵੱਲੋਂ ਆਮ ਲੋਕਾਂ ਨੂੰ ਇਹ ਸਲਾਹ ਦਿੱਤੀ ਗਈ ਹੈ ਕਿ ਉਹ ਚੁਕੰਨੇ ਰਹਿਣ, ਕਿਉਂਕਿ ਲਗਾਤਾਰ ਇਸ ਤਰ੍ਹਾਂ ਦੇ ਮਾਮਲੇ ਪਿਛਲੇ ਕੁਝ ਮਹੀਨਿਆਂ ਦੌਰਾਨ ਵਧਦੇ ਹੋਏ ਦਿਖਾਈ ਦੇ ਰਹੇ ਨੇ, ਜਿਸ ਕਾਰਨ ਪੁਲਿਸ ਵੱਲੋਂ ਵੀ ਇਹਨਾਂ ਮਾਮਲਿਆਂ ਨੂੰ ਲੈ ਕੇ ਚਿੰਤਾ ਦਾ ਪ੍ਰਗਟਾਵਾ ਕੀਤਾ ਗਿਆ। ਕੋਵਿਡ-19 ਵਾਇਰਸ ਨੂੰ ਕਾਫੀ ਸਮਾਂ ਹੋ ਚੁੱਕਿਆ ਹੈ, ਪਰ ਅਜੇ ਵੀ ਇਹ ਖਤਮ ਨਹੀਂ ਹੋਇਆ। ਜੀ ਹਾਂ, 2 ਸਾਲ ਤੋਂ ਵੱਧ ਦਾ ਸਮਾਂ ਹੋ ਚੁੱਕਿਆ ਹੈ, ਪਰ ਹੁਣ ਪਹਿਲਾਂ ਦੇ ਮੁਕਾਬਲੇ ਕਰੋਨਾ ਵਾਇਰਸ ਦੇ ਮਾਮਲੇ ਤਾਂ ਘੱਟ ਹੋਣ ਲੱਗੇ ਨੇ, ਪਰ ਹਾਲਾਤ ਬਿਲਕੁਲ ਆਮ ਵਾਂਗ ਨਹੀਂ ਹੋ ਸਕੇ। ਇਸ ਬਾਰੇ ਹੁਣ ਇੱਕ ਡਾਕਟਰ ਗੱਲ ਕਰਦੇ ਹੋਏ ਦਿਖਾਈ ਦਿੱਤੇ ਨੇ। ਉਹਨਾਂ ਦਾ ਕੀ ਕਹਿਣਾ ਹੈ ਤੁਹਾਨੂੰ ਦੱਸਾਂਗੇ ਇਸ ਖਬਰ ਵਿੱਚ। ਕੋਵਿਡ-19 ਪੈਂਡੇਮਿਕ ਦੀ ਸੈਕੰਡ ਪੈਂਡੇਮਿਕ ਐਨੀਵਰਸਰੀ ਦੇ ਬਾਰੇ ਡਾਕਟਰ ਹਾਵਰਡ ਨਜੋ ਵੱਲੋਂ ਆਪਣੇ ਵਿਚਾਰ ਸਾਂਝੇ ਕੀਤੇ ਗਏ। ਉਹਨਾਂ ਦਾ ਕਹਿਣਾ ਹੈ ਕਿ ਕਰੋਨਾ ਵਾਇਰਸ ਅਜੇ ਵੀ ਖਤਮ ਨਹੀਂ ਹੋ ਸਕਿਆ। ਉਹਨਾਂ ਦਾ ਕਹਿਣਾ ਹੈ ਕਿ ਮਾਰਚ 11, 2020 ਨੂੰ ਵਿਸ਼ਵ ਸਿਹਤ ਸੰਗਠਨ ਵੱਲੋਂ ਕੋਵਿਡ-19 ਨੂੰ ਗਲੋਬਲ ਪੈਂਡੇਮਿਕ ਐਲਾਨ ਕੀਤਾ ਗਿਆ। ਉਦੋਂ ਤੋਂ ਹੀ ਕਰੋਨਾ ਵਾਇਰਸ ਦੇ ਕਾਰਨ ਵੱਖ-ਵੱਖ ਥਾਵਾਂ ਦੇ ਉੱਪਰ ਕਈ ਪਾਬੰਦੀਆਂ ਲਗਾਈਆਂ ਗਈਆਂ। ਹੁਣ ਕਾਫੀ ਲੋਕਾਂ ਵੱਲੋਂ ਕੋਵਿਡ-19 ਵੈਕਸੀਨ ਵੀ ਹਾਸਲ ਕਰ ਲਈ ਗਈ ਹੈ ਤੇ ਪਹਿਲਾਂ ਦੇ ਮੁਕਾਬਲੇ ਕਰੋਨਾ ਵਾਇਰਸ ਦੇ ਮਾਮਲੇ ਵੀ ਘੱਟ ਹੋਣ ਲੱਗੇ ਨੇ, ਪਰ ਅਜੇ ਵੀ ਇਹ ਵਾਇਰਸ ਖਤਮ ਨਹੀਂ ਹੋਇਆ। ਹੁਣ ਇਸ ਬਾਰੇ ਉਹਨਾਂ ਵੱਲੋਂ ਹੋਰ ਕੀ ਕਿਹਾ ਗਿਆ, ਆਓ ਤੁਹਾਨੂੰ ਸੁਣਾਉਂਦੇ ਹਾਂ। I think collectively learned a lot about the pandemic. We've also learned a lot about, how different countries and different regions will function in a time of crisis. You've seen incredible acts of goodwill from individuals. You've seen various jurisdictions follow science and others, completely ignore science. You've seen how politics interacts with science, medicine, and public health. And behavioral science. Like it's actually been, when we sort of separate ourselves and look at this from the 30,000-foot view, it's been fascinating to watch. And I think we're going to learn a lot from this. Hopefully we never experience anything like this again, but of course we will. There will be more pandemics. There have been pandemics since the beginning of time, and there will be more pandemics in the future. All I can say is I certainly hope that we acknowledge that this pandemic is not over, although we're in a much better place in Canada, for example, right now than we were even months ago, and that we really take this seriously, invest wisely, put appropriate resources where they are needed to help not just Canada, but also the world to be lifted. I do. I absolutely do. I just think it's a little bit too soon right now. I would keep them on for a few more weeks. I'd watch how things go before and a few weeks after March break. Listen, if we still have a downward trajectory, if things are headed in the right direction, great. Let's take them off. But you know what? There's people with alternative opinions on there, and as long as we're making opinions based on fact and evidence, we're doing something right. I think the other important thing to remember is that even if mask mandates are lifted, we know that many people will still continue to wear a mask, and that's fantastic as well. I mean, it's obviously people's individual choice, and I think we'll see, not everyone, but certainly a lot of people continue to wear masks, both in schools and, of course, in other indoor settings. My personal bias is that I would keep the masks on in schools for a few weeks after March break to see how things shake out, reevaluate the data week by week. But I completely respect that there's people with a differing opinion than me on this. And again, like anything else in the pandemic, we can have adult conversations. ਇਸ ਖਬਰ ਵਿੱਚ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਾਂਗੇ ਕਿ ਕੈਨੇਡਾ ਦੇ ਕਿਹੜੇ ਹਿੱਸੇ ਤੋਂ ਕਿੰਨੇ ਕਰੋਨਾ ਵਾਇਰਸ ਦੇ ਮਾਮਲੇ ਸਾਹਮਣੇ ਆਏ। ਇਸ ਸਮੇਂ ਕੈਨੇਡਾ ਵਿੱਚ ਕਰੋਨਾ ਵਾਇਰਸ ਦੇ ਕੀ ਹਾਲਾਤ ਬਣੇ ਹੋਏ ਨੇ, ਜਾਣੂ ਕਰਵਾਵਾਂਗੇ ਇਸ ਖਬਰ ਰਾਹੀਂ। ਓਨਟਾਰੀਓ ਦੇ ਹਸਪਤਾਲ ਵਿੱਚ 717 ਮਰੀਜ਼ਾਂ ਦੀ ਗਿਣਤੀ ਦੱਸੀ ਗਈ ਹੈ, ਜਿਨ੍ਹਾਂ ਦਾ ਕਰੋਨਾ ਵਾਇਰਸ ਦੇ ਕਾਰਨ ਇਲਾਜ ਚੱਲ ਰਿਹਾ ਹੈ। ਇੱਥੇ ਇੰਟੈਂਸਿਵ ਕੇਅਰ ਯੂਨਿਟ ਅਧੀਨ 238 ਮਰੀਜ਼ ਹਨ। 24 ਘੰਟੇ ਦੌਰਾਨ ਸੂਬੇ ਤੋਂ 2130 ਕਰੋਨਾ ਵਾਇਰਸ ਦੇ ਮਾਮਲੇ ਦਰਜ ਕੀਤੇ ਗਏ। ਹੁਣ ਤੱਕ ਸੂਬੇ ਵਿੱਚ ਕੁੱਲ 11,21,694 ਕਰੋਨਾ ਵਾਇਰਸ ਦੇ ਮਾਮਲੇ ਸਾਹਮਣੇ ਆ ਚੁੱਕੇ ਨੇ। ਸੂਬੇ ਵੱਲੋਂ ਮੌਤਾਂ ਦਾ ਅੰਕੜਾ ਅਪਡੇਟ ਕਰਦਿਆਂ ਇੱਕ ਤਾਜ਼ਾ ਜਾਣਕਾਰੀ ਸਾਂਝੀ ਕੀਤੀ ਗਈ ਹੈ। ਇੱਥੇ 411 ਮੌਤਾਂ ਆਪਣੇ ਡਾਟਾ ਵਿੱਚੋਂ ਰਿਮੂਵ ਕੀਤੀਆਂ ਗਈਆਂ ਨੇ। ਹੁਣ ਓਨਟਾਰੀਓ ਵੱਲੋਂ ਜੋ ਮੌਤਾਂ ਦਾ ਅੰਕੜਾ ਹੈ ਉਸ ਨੂੰ 12,227 ਸਾਂਝਾ ਕੀਤਾ ਗਿਆ। ਪ੍ਰੋਵਿੰਸ ਵਿੱਚ ਹੁਣ ਤੱਕ 10 ਲੱਖ ਤੋਂ ਪਾਰ ਰਿਕਵਰਡ ਕੇਸਿਸ ਦਾ ਅੰਕੜਾ ਦੱਸਿਆ ਗਿਆ।
ਵੈਕਸੀਨੇਸ਼ਨ ਦੇ ਬਾਰੇ ਜੋ ਜਾਣਕਾਰੀ ਸਾਹਮਣੇ ਆਈ ਹੈ ਉਸ ਮੁਤਾਬਕ 12 ਸਾਲ ਅਤੇ ਇਸ ਤੋਂ ਵੱਧ ਉਮਰ ਵਾਲਿਆਂ 'ਚ 90.7% ਵੱਲੋਂ ਕੋਵਿਡ-19 ਵੈਕਸੀਨ ਦੇ ਦੋਨੋਂ ਟੀਕੇ, 92.7% ਆਬਾਦੀ ਵੱਲੋਂ ਕੋਵਿਡ-19 ਵੈਕਸੀਨ ਦੇ 2 ਟੀਕੇ, ਇਸ ਤੋਂ ਇਲਾਵਾ 54.7% ਆਬਾਦੀ ਵੱਲੋਂ ਕੋਵਿਡ-19 ਵੈਕਸੀਨ ਦੇ ਤਿੰਨੋਂ ਟੀਕੇ ਹਾਸਲ ਕੀਤੇ ਗਏ ਨੇ। 5 ਸਾਲ ਤੋਂ 11 ਸਾਲ ਵਾਲਿਆਂ 'ਚ 55% ਵੱਲੋਂ ਕੋਵਿਡ-19 ਵੈਕਸੀਨ ਦਾ ਇੱਕ ਸ਼ਾਟ, 29.9% ਵੱਲੋਂ ਦੋਨੋਂ ਟੀਕੇ ਹਾਸਲ ਕੀਤੇ ਜਾ ਚੁੱਕੇ ਨੇ। ਇੱਥੇ ਸੂਬੇ ਵਿੱਚ ਟੈਸਟ ਪੋਜ਼ਿਟਿਵਿਟੀ ਰੇਟ 11.7% ਦੱਸਿਆ ਗਿਆ। ਕਿਊਬਿਕ ਸੂਬੇ ਦੇ ਹਸਪਤਾਲ ਵਿੱਚ 1000 ਤੋਂ ਵੱਧ ਮਰੀਜ਼ਾਂ ਦੀ ਗਿਣਤੀ ਹੈ ਜਿਨ੍ਹਾਂ ਦਾ ਕੋਵਿਡ-19 ਵਾਇਰਸ ਦੇ ਕਾਰਨ ਇਸ ਸਮੇਂ ਇਲਾਜ ਚੱਲ ਰਿਹਾ ਹੈ ਤੇ ਇੰਟੈਂਸਿਵ ਕੇਅਰ ਅਧੀਨ 78 ਦੇ ਕਰੀਬ ਮਰੀਜ਼ ਹਨ। ਇੱਥੇ 24 ਘੰਟਿਆਂ ਦੌਰਾਨ 1000 ਤੋਂ ਵੱਧ ਮਾਮਲੇ ਦਰਜ ਕੀਤੇ ਗਏ। ਪੈਂਡੈਮਿਕ ਦੀ ਸ਼ੁਰੂਆਤ ਤੋਂ ਲੈ ਕੇ ਹੁਣ ਤੱਕ 9,33,000 ਤੋਂ ਵੱਧ ਇੱਥੇ ਕੇਸਿਸ ਸਾਹਮਣੇ ਆ ਚੁੱਕੇ ਨੇ। 14,100 ਤੋਂ ਵੱਧ ਮੌਤਾਂ ਇਸ ਵਾਇਰਸ ਕਾਰਨ ਹੁਣ ਤੱਕ ਸੂਬੇ ਵਿੱਚ ਹੋ ਚੁੱਕੀਆਂ ਨੇ। ਇਸ ਤੋਂ ਇਲਾਵਾ ਜੋ ਵੈਕਸੀਨੇਸ਼ਨ ਦੇ ਬਾਰੇ ਜਾਣਕਾਰੀ ਸਾਹਮਣੇ ਆਈ ਹੈ ਉਸ ਮੁਤਾਬਕ 5 ਸਾਲ ਅਤੇ ਇਸ ਤੋਂ ਵੱਧ ਉਮਰ ਵਾਲਿਆਂ 'ਚ 91% ਆਬਾਦੀ ਵੱਲੋਂ ਕੋਵਿਡ-19 ਵੈਕਸੀਨ ਦਾ ਪਹਿਲਾ ਟੀਕਾ, 87% ਆਬਾਦੀ ਵੱਲੋਂ ਕੋਵਿਡ-19 ਵੈਕਸੀਨ ਦੇ 2 ਟੀਕੇ, 52% ਆਬਾਦੀ ਵੱਲੋਂ ਕੋਵਿਡ-19 ਵੈਕਸੀਨ ਦੇ 3 ਟੀਕੇ ਲਗਵਾਏ ਜਾ ਚੁੱਕੇ ਨੇ। ਇਸ ਦੇ ਨਾਲ ਹੀ ਜਾਂਦੇ ਇੱਕ ਵਾਰ ਫਿਰ ਤੋਂ ਨਜ਼ਰ ਮਾਰਦੇ ਹਾਂ ਹੈਡਲਾਈਨਸ ਤੇ। ਨਸ਼ੇ ਦੇ ਮਾਮਲੇ ਵਿੱਚ ਪੰਜਾਬੀ ਚਾਰਜ, ਘਰ ਵਿੱਚੋਂ ਬਰਾਮਦ ਹੋਏ ਡੋਡੇ ਤੇ ਹਥਿਆਰ, ਨਸ਼ੇ ਨੇ ਲਈਆਂ ਕਈ ਜਾਨਾਂ, 200 ਤੋਂ ਵੱਧ ਦੀ ਹੋਈ ਮੌਤ। ਆਰਥਿਕਤਾ ਵਿੱਚ ਨਵੀਆਂ ਨੌਕਰੀਆਂ ਸ਼ਾਮਿਲ, ਬੇਰੁਜ਼ਗਾਰੀ ਦਰ ਆਈ ਕਾਫੀ ਹੇਠਾਂ। ਯੂਕਰੇਨ ਤੋਂ ਆਉਣ ਵਾਲਿਆਂ ਲਈ ਬ੍ਰਿਟਿਸ਼ ਕੋਲੰਬੀਆ ਦਾ ਐਲਾਨ, ਬ੍ਰਿਟਿਸ਼ ਕੋਲੰਬੀਆ ਨੇ ਖੋਲ੍ਹੇ ਯੂਕਰੇਨ ਦੇ ਲੋਕਾਂ ਲਈ ਦਰਵਾਜ਼ੇ। ਗੈਸ ਸਟੇਸ਼ਨਾਂ ਦੇ ਚੋਰੀ ਦਾ ਡਰ, ਹੁਣ ਪੁਲਿਸ ਨੇ ਕੀਤੀ ਤਿਆਰੀ। ਖਬਰਾਂ ਦੇ ਇਸ ਬੁਲੇਟਿਨ ਵਿੱਚ ਇੰਨਾ ਹੀ। ਫਿਲਹਾਲ ਮੈਨੂੰ ਇੰਦਰਪ੍ਰੀਤ ਕੌਰ ਸੰਗੇੜਾ ਨੂੰ ਦਿਓ ਇਜਾਜ਼ਤ ਤੇ ਤੁਸੀਂ ਵੇਖਦੇ ਰਹੋ ਟੀਵੀ ਪੰਜਾਬ।